ਰਾਣਾ ਜੀ ਗੋਲਡਨ ਹੱਟ ਉੱਤੇ ਸਵਾਲ ਚੱਕਣ ਵਾਲੀ ਸਾਧਵੀ ਦਾ ਨੋਟਿਸ ਸੰਯੁਕਤ ਮੋਰਚੇ ਵੱਲੋਂ ਬੜੀ ਗਹਿਰਾਈ ਨਾਲ ਲਿੱਤਾ ਜਾ ਰਿਹਾ ਹੈ। ਮੋਰਚੇ ਦੀ ਇੱਕ ਧਿਰ ਹੈਗੀ ਦੁਆਬਾ ਦੀ, ਦੁਆਬਾ ਕਿਸਾਨ ਸੰਘਰਸ਼ ਕਮੇਟੀ, ਉਹਦੇ ਨੁਮਾਇੰਦੇ ਪਹੁੰਚੇ ਨੇ ਇੱਥੇ ਕੁਰੂਕਸ਼ੇਤਰ 'ਚ ਸਪੈਸ਼ਲੀ ਇਸੇ ਮਸਲੇ ਤੇ ਗੱਲਬਾਤ ਕਰਨ ਦੇ ਲਈ। ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਸਵਾਗਤ ਅੱਖਰ ਤੇ, ਕੀ ਹਾਲ ਚਾਲ? ਠੀਕ ਹੋ ਜੀ? ਠੀਕ ਠਾਕ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਾਰੀ ਸੰਗਤ ਤੇ ਸਾਰੇ ਕਿਸਾਨਾਂ ਨੂੰ ਅਸੀਂ ਇਹਦੇ ਲਈ ਧੰਨਵਾਦ ਕਰਦੇ ਹਾਂ। ਔਰ ਜਿਹੜੀਆਂ ਰਾਣਾ ਸਾਹਿਬ ਦੀਆਂ ਸੇਵਾਵਾਂ ਨੇ, ਪਿਛਲੇ 7 ਮਹੀਨੇ ਹੋ ਗਏ ਨੇ ਸਾਨੂੰ ਇੱਥੇ ਅੰਦੋਲਨ ਦੇ ਨਾਲ ਜੁੜਿਆ ਹੋਇਆ, ਦਿੱਲੀ ਦੇ ਵਿੱਚ 26 ਨਵੰਬਰ ਤੋਂ ਪਹੁੰਚਿਆ ਹੋਇਆ। ਔਰ ਪਹਿਲੇ ਦਿਨ ਤੋਂ ਹੀ ਰਾਣਾ ਸਾਹਿਬ ਜਿਹੜੇ ਉੱਥੇ ਨਿਸ਼ਕਾਮ ਸੇਵਾ ਕਰ ਰਹੇ ਨੇ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਹਨਾਂ ਦਾ ਬਹੁਤ ਧੰਨਵਾਦੀ ਨੇ ਕਿ ਗੁਰੂ ਮਹਾਰਾਜ ਨੇ ਇਹਨਾਂ ਨੂੰ ਇਹ ਮੌਕਾ ਬਖਸ਼ਿਆ ਔਰ ਇਹਨਾਂ ਨੂੰ ਐਡਾ ਵੱਡਾ ਦਿਲ ਦਿੱਤਾ। ਇਹਨਾਂ ਦਾ ਨਾਮ ਹੀ ਨਹੀਂ ਰਾਣਾ, ਬਾਕੀ ਇਹ ਦਿਲ ਦੇ ਵੀ ਰਾਜੇ ਨੇ, ਕਿਉਂਕਿ ਰਾਜੇ ਦਾ ਵੀ ਮਤਲਬ ਰਾਣਾ ਹੀ ਹੁੰਦਾ ਤੇ ਇਹ ਦਿਲ ਦੇ ਵੀ ਰਾਣੇ ਨੇ। ਇਸ ਕਰਕੇ ਅਸੀਂ ਧੰਨਵਾਦੀ ਹਾਂ ਇਹਨਾਂ ਦੇ, ਜਿਹੜੇ ਪਹਿਲੇ ਦਿਨ ਤੋਂ ਹੀ ਉੱਥੇ ਸਾਡੀ ਮੋਰਚੇ ਦੇ ਵਿੱਚ ਨਿਸ਼ਕਾਮ ਸੇਵਾ ਕਰ ਰਹੇ ਨੇ। ਬਾਈ ਜਿਵੇਂ ਤੁਸੀਂ ਇੱਕ ਰੋਸ ਪ੍ਰਗਟਾ ਰਹੇ ਸੀਗੇ, ਜਿਵੇਂ ਸਾਧਵੀ ਵੱਲੋਂ ਲਗਾਤਾਰ ਸਵਾਲ ਚੱਕੇ ਜਾ ਰਹੇ, ਤੁਸੀਂ ਨਿਸ਼ਕਾਮ ਸੇਵਾ ਕਹਿ ਰਹੇ ਹੋ, ਨਿਸ਼ਕਾਮ ਸੇਵਾ ਦੇ ਉੱਤੇ ਲਗਾਤਾਰ ਸਵਾਲ ਚੱਕੇ ਜਾ ਰਹੇ, ਉਹਨਾਂ ਸਵਾਲਾਂ ਨੂੰ, ਉਹਨਾਂ ਦੋਸ਼ਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਤਾਂ ਸਰਕਾਰ ਇਸ ਪਾਸੇ ਲੱਗੀ ਹੋਈ ਆ ਵੀ ਆਪਾਂ ਇਸ ਅੰਦੋਲਨ ਨੂੰ ਕਿਸ ਹੀਲੇ, ਕਿਵੇਂ, ਕਿਸ ਵਸੀਲੇ ਇਹਨੂੰ ਆਪਾਂ ਫੇਲ ਕਰਨਾ। ਔਰ ਉਹ ਇਹ ਛੜਜੰਤਰ ਆ, ਉਹਦੇ ਵਿੱਚ ਇਹਨਾਂ ਨੂੰ ਇਹ ਕੰਗਣਾ ਜਾਂ ਇਹੋ ਜਿਹੀਆਂ ਹੀ ਇਹਨਾਂ ਦੇ ਕੋਲ ਨੇ। ਹੋਰ ਇੱਥੇ ਕੋਈ ਇਹਨਾਂ ਦੇ ਕੋਲ ਪੜ੍ਹੇ ਲਿਖੇ ਉਹੋ ਜਿਹੇ ਤਾਂ ਨੇਤਾ ਹੈ ਨਹੀਂ। ਇਹ ਬੀਜੇਪੀ ਪਹਿਲੇ ਵਾਲੀ ਬੀਜੇਪੀ ਹੈ ਨਹੀਂ ਗੀ ਜਿਹੜੀ ਵਾਜਪਾਈ ਦੇ ਟਾਈਮ ਦੀ ਸੀ, ਜਿਨ੍ਹਾਂ ਨੇ ਅਬਦੁਲ ਕਲਾਮ ਨੂੰ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਪੇਸ਼ ਕੀਤਾ। ਇਹਨਾਂ ਦੇ ਕੋਲ ਸਮ੍ਰਿਤੀ ਇਰਾਨੀ ਆ, ਜਿਹਨੇ ਕਿਸੇ ਦਾ ਘਰ ਉਜਾੜ ਕੇ ਆਪ ਵਸਾਇਆ ਹੋਇਆ, ਜਾਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਕੰਗਨਾ ਵਰਗੀਆਂ ਜਾਂ ਇਹੋ ਦੇਵਾ ਠਾਕੁਰ ਵਰਗੀਆਂ। ਔਰ ਇਹ ਸਿਰਫ ਹੈਗਾ ਕਿ ਜੋ ਆਪ ਬੰਦਾ ਲਿਬੜਿਆ ਉਹ ਪੂਛ ਘੁਮਾ ਕੇ ਕਿਸੇ ਨੂੰ ਵੀ ਲਵੇਟ ਸਕਦਾ। ਇਹਨਾਂ ਤੋਂ ਬਚਣ ਦੀ ਲੋੜ ਆ, ਛੜਜੰਤਰ ਆ ਇਹ ਬੀਜੇਪੀ ਦੀਆਂ ਪਲਾਂਟਡ ਨੇ ਤੇ ਇਹਦੇ ਤੇ ਲੋਕਾਂ ਨੂੰ ਪਤਾ, ਸਾਨੂੰ ਪਤਾ। ਅਸੀਂ 7 ਮਹੀਨੇ ਤੋਂ ਉੱਥੇ ਦਿੱਲੀ ਬੈਠੇ ਹੋਏ ਆ ਤੇ ਮੋਰਚੇ ਦੇ ਨਾਲ ਜੁੜੇ ਹੋਏ ਆ। ਅਸੀਂ ਇੰਨੀ ਵਾਰ ਇਹਨਾਂ ਦੀਆਂ 2 ਦਰਜਨ ਗੱਡੀਆਂ ਜੋ ਉੱਥੇ ਘੁੰਮ ਰਹੀਆਂ ਨੇ, ਦੁੱਧ ਦੇ ਰਹੀਆਂ ਨੇ ਉੱਥੋਂ, ਹੈ ਨਾ, ਕੋਈ ਫੋਨ ਕਰਦਾ ਤੇ ਉੱਥੇ ਦੁੱਧ ਪਹੁੰਚਦਾ ਹੈ, ਪਾਣੀ ਪਹੁੰਚਾ ਰਹੀਆਂ ਨੇ। ਵੱਡੀ ਗੱਲ ਆ ਪਾਣੀ ਦੀ ਸੇਵਾ ਜਿਹੜੀ ਆ ਅੱਜ ਦੇ ਗਰਮੀ ਦੇ ਮੌਸਮ ਦੇ ਵਿੱਚ। ਪਾਣੀ ਬਹੁਤ ਵੱਡੀ ਸੇਵਾ ਆ ਕਿ ਪਾਣੀ ਹੀ ਪਿਲਾ ਦਿੱਤਾ ਜਾਵੇ ਸੰਗਤ ਨੂੰ। ਔਰ ਅਸੀਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਸੰਗਤਾਂ ਛਬੀਲ ਲਾਉਂਦੀਆਂ ਨੇ ਤੇ ਇਹਨਾਂ ਦੀ ਜਿਹੜੀ ਛਬੀਲ ਆ ਉਹ ਪਿਛਲੇ 4-5 ਮਹੀਨੇ ਤੋਂ 7 ਮਹੀਨੇ ਹੋ ਗਏ ਲੋਕਾਂ ਨੂੰ, ਤੇ ਬਾਅਦ ਦੇ ਵਿੱਚ 2 ਮਹੀਨੇ ਬਾਅਦ ਪਤਾ ਚੱਲਿਆ ਨਾ ਕਿ ਕੌਣ ਸੇਵਾ ਕਰ ਰਿਹਾ। ਹੁਣ ਤੇ ਪਤਾ ਕਿ 2 ਦਰਜਨ ਗੱਡੀਆਂ 3 ਬਾਰਡਰਾਂ 'ਤੇ ਘੁੰਮ ਰਹੀਆਂ, ਪਾਣੀ ਚੱਲ ਰਿਹਾ, ਦੁੱਧ ਚੱਲ ਰਿਹਾ। ਪਾਣੀ ਪਿਲਾਉਣਾ ਹੀ ਗਰਮੀ ਦੇ ਸੀਮਿਤ ਲੋਕਾਂ 'ਚ ਸ਼ੱਕ ਕਿਉਂ ਪੈਦਾ ਕੀਤਾ ਜਾ ਰਿਹਾ ਕਿ ਇਹ ਕੀ ਸਿਆਸਤ ਦਾ ਹਿੱਸਾ? ਕਿਵੇਂ ਦੇਖਦੇ ਹੋ ਚੀਜ਼ਾਂ? ਇਹ ਬਿਲਕੁਲ ਸਿਆਸਤ ਦਾ ਹਿੱਸਾ। ਇਹਦੇ ਵਿੱਚ ਹੁਣ ਇਹ ਜਿਹੜੀਆਂ ਰਾਜਸੀ ਪਾਰਟੀਆਂ ਨੇ, ਉਹਨਾਂ ਨੇ ਅੱਜ ਇਹੋ ਹੀ ਡਰ ਪਿਆ ਹੋਇਆ ਵੀ ਕਿਸਾਨ ਕਿੱਦਾਂ, ਅਸੀਂ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਨੱਪ ਲਿਆ, 370 ਧਾਰਾ ਉੱਥੇ ਹਟਾ ਦਿੱਤੀ, ਔਰ ਇੱਧਰ ਅਸੀਂ ਇਹ ਪੰਜਾਬੀਆਂ ਨੂੰ ਜਾਂ ਹਰਿਆਣੇ ਦੇ ਲੋਕ ਇਕੱਠੇ ਕਿੱਦਾਂ ਹੋ ਗਏ, ਇਹਨਾਂ ਨੂੰ ਕਿੱਦਾਂ ਨੱਪਣਾ। ਇਹਨਾਂ ਨੂੰ ਰੋਕਣ ਦੇ ਲਈ ਜਿੰਨੀਆਂ ਵੀ ਸ਼ਖਸੀਅਤਾਂ ਨੇ ਇਸ ਤਰ੍ਹਾਂ ਦੀਆਂ, ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, SGPC ਆ, ਜਾਂ ਹੋਰ ਸਾਡੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਉਹ ਕੋਈ ਇੱਥੇ ਦਵਾਈ ਦਾ ਲੰਗਰ ਲਾਉਂਦੀਆਂ ਨੇ। ਸਾਡੇ ਦੁਆਬੇ ਤੋਂ ਸਾਡੇ ਵੀਰ ਜੇ ਮਨਿਹਾਸ, ਸਾਡੇ ਦੂੜੇ ਪਿੰਡ ਤੋਂ ਸਤਨਾਮ ਸਿੰਘ ਜੀ, ਔਰ ਹੋਰ ਸਾਰੀਆਂ ਸੰਸਥਾਵਾਂ ਜਿਹੜੇ ਕਿ 10-10 12-12 ਲੱਖ ਰੁਪਏ ਦੀ ਦਵਾਈ ਇਹਨਾਂ ਬਾਰਡਰਾਂ ਦੇ ਉੱਤੇ ਡਾਕਟਰਾਂ ਦੀ ਟੀਮ ਲਿਆਣ ਕੇ ਵੰਡ ਕੇ ਗਏ। ਔਰ ਜਿੰਨੇ ਉੱਥੇ ਸਾਡੇ ਦੁਆਬੇ ਦੇ ਵਿੱਚ ਡੈਥ ਹੋਈਆਂ ਕਿਸਾਨਾਂ ਦੀਆਂ, ਉਹਨਾਂ ਦੇ ਘਰਾਂ 'ਚ 50-50 ਹਜ਼ਾਰ ਰੁਪਏ ਉਹਨਾਂ ਨੂੰ ਮਦਦ ਕੀਤੀ। ਸਾਡੇ ਬਿਲਕੁਲ ਨਾਲ ਦੇ ਪਿੰਡ ਤੋਂ ਅਰਸ਼ਪ੍ਰੀਤ 18 ਸਾਲ ਦਾ ਬੱਚਾ ਜਿਹੜਾ ਸੜਕ ਹਾਦਸੇ 'ਚ ਇੱਥੇ ਇਕਲੌਤਾ ਬੇਟਾ, ਉਹ ਸ਼ਹੀਦ ਹੋਇਆ। ਤੇ ਇਸ ਤਰ੍ਹਾਂ ਅੱਜ 500 ਜਾਨਾਂ ਚਲੇ ਗਈਆਂ ਕਿਸਾਨਾਂ ਦੀਆਂ। ਔਰ ਇਹਨਾਂ ਨੂੰ ਇਹੀ ਫਿਕਰ ਪਿਆ ਵੀ ਜੇ ਕਿਸਾਨਾਂ ਦੀ ਇੱਥੇ ਜਿੱਤ ਹੋ ਗਈ ਤਾਂ ਜਿਹੜੀਆਂ ਰਾਜਸੀ ਪਾਰਟੀਆਂ, ਉਹਨਾਂ ਦੀ ਜਿਹੜੀ ਸਿਆਸੀ ਗਰਾਊਂਡ ਆ ਉਹਨੂੰ ਖਤਰਾ। ਇਸੇ ਕਰਕੇ ਮਸਲਾ ਨਹੀਂ ਹੱਲ ਹੋ ਰਿਹਾ ਤੇ ਇਹਨੂੰ ਚਿੱਕੜ ਸੁੱਟਣ ਦੀ ਕੋਸ਼ਿਸ਼ ਹੈ ਵੀ ਜਿਹੜੇ ਨਾਲ ਜੁੜੇ ਹੋਏ ਨੇ ਸਮਾਜਿਕ ਸੰਸਥਾਵਾਂ ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਵੀ ਉਹਨਾਂ ਨੂੰ ਆਪਾਂ ਉਹਨੂੰ ਕਿਸੇ ਤਰ੍ਹਾਂ ਉਹਨੂੰ ਬਦਨਾਮ ਕਰਨਾ। ਸਾਧਵੀ ਹੋਰੀ ਤਾਂ ਆਪਣੇ ਵੱਲੋਂ ਫਿਕਰ ਜਤਾਉਂਦੇ, ਕਹਿੰਦੇ ਕਿ ਮੈਨੂੰ ਫਿਕਰ ਹੈ ਕਿਸਾਨਾਂ ਨਾਲ ਠੱਗੀ ਹੋ ਰਹੀ, ਫੰਡਾਂ ਦਾ ਹੇਰ ਫੇਰ ਹੋ ਰਿਹਾ ਹੈਗਾ, ਸੇਵਾ ਨਹੀਂ ਹੋ ਰਹੀ। ਇੰਨਾ ਫਿਕਰ ਨਾ ਕਰਨ ਸਾਡੇ ਬਾਰੇ, ਉਹ ਇੰਨਾ ਫਿਕਰ ਨਾ ਕਰਨ, ਕਿਉਂਕਿ ਜਿਹੜੀ ਅਸਲ ਗਰਾਊਂਡ ਦੇ ਵਿੱਚ ਬਹੁਤ ਘੱਟ ਲੋਕ ਨੇ। ਉਹਨਾਂ ਨੂੰ ਤਾਂ ਮੇਰੇ ਖਿਆਲ ਪਤਾ ਵੀ ਨਹੀਂ ਹੋਣਾ ਕਿਹੜੇ ਮਹੀਨੇ ਕਿਹੜੀ ਫਸਲ ਲੱਗਦੀ ਆ ਤੇ ਕਦੋਂ ਕੱਟੀ ਜਾਂਦੀ ਆ।
ਤੇ ਇਸ ਕਰਕੇ ਅੱਜ ਹੁਣ ਰਾਮਦੇਵ ਕਿੰਨੀ ਕੁ ਖੇਤੀ ਕਰਦਾ, ਕਿਸਾਨਾਂ ਤੋਂ ਹੀ ਫਸਲ ਲੈ ਕੇ, ਕਿਸਾਨਾਂ ਦੇ ਪ੍ਰੋਡਕਟ ਲੈ ਕੇ, ਆਪਣੇ ਲੇਬਲ ਲਾ ਕੇ ਉਹ ਜਿਹੜਾ 20 ਰੁਪਏ ਵਾਲੀ ਕਣਕ ਆ 60 ਰੁਪਏ 'ਚ ਦਲੀਆ, 60 ਰੁਪਏ 'ਚ ਆਟਾ, ਇਹੋ ਜਿਹੇ ਪ੍ਰੋਡਕਟ ਉਹ ਵੇਚਦੇ ਨੇ। ਔਰ ਲਾਹਣ ਤੇ ਇਹਨਾਂ ਲੋਕਾਂ ਤੇ ਜਿਹੜੇ ਕਮਾਈ ਕਰਨ ਤੇ ਜੁੜੇ ਹੋਏ ਨੇ। ਕਿਸਾਨ ਤੋਂ 2-4 ਰੁਪਏ ਸਬਜ਼ੀ ਲੈ ਕੇ ਤੇ 20-25 ਰੁਪਏ ਵੇਚੀ ਜਾਂਦੀ ਹੈ। ਕੰਜ਼ਿਊਮਰ ਨੂੰ ਤੇ ਵੱਧ ਰੇਟ 'ਚ ਹੀ ਮਿਲਦੀ ਆ, ਕਿਸਾਨ ਦੇ ਪੱਲੇ ਵੀ ਕੁਝ ਨਹੀਂ ਪੈਂਦਾ। ਪਾਕਿਸਤਾਨ ਨੂੰ ਟ੍ਰੇਡ ਇਹਨਾਂ ਨੇ ਖਤਮ ਕੀਤਾ ਵਾਹਗਾ ਬਾਰਡਰ ਤੋਂ, ਤੇ ਉਧਰੋਂ ਆਪਣਾ ਮੁੰਬਈ ਤੋਂ ਉਸ ਸਾਈਡ ਤੋਂ ਜਿਹੜਾ ਗੁਜਰਾਤ ਦੀ ਪੋਰਟ ਤੋਂ ਚੱਲ ਰਿਹਾ। ਦੱਸੋ ਉੱਥੇ ਅੱਤਵਾਦ ਹੈ ਨਹੀਂ, ਇਧਰੋਂ ਇਹਨਾਂ ਨੂੰ ਅੱਤਵਾਦ ਦਾ ਡਰ ਹੈ ਪੰਜਾਬ ਦਾ, ਕਿਉਂਕਿ ਪੰਜਾਬ ਦੀ ਇਹਨਾਂ ਨੇ ਹਾਲਤ ਨਹੀਂ ਸੁਧਾਰਨੀ। ਔਰ ਇਹਨਾਂ ਨੇ ਇਹ ਤਹਈਆ ਕੀਤਾ ਹੋਇਆ ਵੀ ਪੰਜਾਬ ਤੇ ਪੰਜਾਬੀਅਤ ਨੂੰ ਆਪਾਂ ਥੱਲੇ ਲਾਉਣਾ, ਜਦ ਕਿ ਪੰਜਾਬੀਆਂ ਦੀ ਆਦਤ ਨਹੀਂ ਵੀ ਗੋਡੇ ਟੇਕ ਦੇਣਾ, ਔਰ ਉਹ ਸੰਘਰਸ਼ ਲੜਨਗੇ। ਜਿਹੜੀ ਤੁਸੀਂ ਬਿਲਕੁਲ ਠੀਕ ਗੱਲ ਹੈਗੀ ਤੁਹਾਡੀ, ਇਹ ਸੱਚਾਈ ਹੈ। ਕਿਉਂਕਿ ਬਹੁਤ ਕਿਸਾਨਾਂ ਨਾਲ ਸਾਡੀ ਵੀ ਗੱਲ ਹੋਈ ਧਰਨੇ 'ਚ ਬੈਠਿਆਂ ਨਾਲ, ਵੀ ਜਿੱਥੇ ਉਹ ਇਹਨਾਂ ਪੱਥਰਾਂ ਦਾ ਨੋਟਿਸ ਲੈ ਰਹੇ ਨੇ, ਉੱਥੇ ਸਾਧਵੀ ਦੀ ਜਿਹੜੇ ਬਿਆਨਬਾਜ਼ੀਆਂ ਉਹਦਾ ਵੀ ਨੋਟਿਸ ਲਿਆ ਜਾ ਰਿਹਾ ਹੈਗਾ। ਬਿਲਕੁਲ ਇਹ ਹੁਣ ਇਹ ਤਾਂ ਹੈ ਹੀ ਕਿ ਉਹ ਪਾਰਟੀ ਦੇ ਪਲਾਂਟਡ ਨੇ ਲੋਕ ਜਿਹੜੇ ਬੋਲ ਰਹੇ ਨੇ। ਉਹ ਬੀਜੇਪੀ ਦੀ ਹੈ ਔਰ ਬੀਜੇਪੀ ਦੀ ਉਹਨਾਂ ਨੇ ਗੱਲ ਕਰਨੀ ਆ, ਔਰ ਉਹਨਾਂ ਨੂੰ ਪੈਸਾ ਮਿਲਦਾ ਇਹ ਕੁਝ ਬੋਲਣ ਲਈ, ਔਰ ਉਹ ਲੋਕਾਂ ਦੇ ਵਿੱਚ ਫਿਰਦੇ ਨੇ। ਅੱਜ ਇਹ ਇੱਕ ਸਿਆਸੀ ਗਰਾਊਂਡ ਤਿਆਰ ਕਰ ਰਹੇ ਨੇ। ਉਹ ਤਾਂ ਆਪਣੇ ਆਪ ਨੂੰ ਹਮਾਇਤੀ ਕਹਿੰਦੇ, ਵੀ ਕਿਸਾਨਾਂ ਦੀ ਹਮਾਇਤੀ ਹੈਗੀ। ਹਮਾਇਤੀ ਨਹੀਂ, ਜੇ ਅੱਜ ਕੋਈ ਦੰਗਾ ਹੁੰਦਾ, ਕਿਸਾਨ 20-25 ਕਿਸਾਨ ਸ਼ੂਟ ਕਰ ਦਿੱਤੇ ਜਾਂਦੇ ਨੇ ਤੇ 1 ਕਰੋੜ ਰੁਪਈਆ ਦੇ ਦੇਣਾ। ਇਹੋ ਜੀ ਕੋਈ ਜਿਹੜੀ ਉਹਨਾਂ ਦੀ ਕੋਈ ਨੁਮਾਇੰਦਗੀ ਕਰਨ ਡਏ ਨੇ, ਉਹਨਾਂ ਦਾ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਤੇ ਰਾਸ਼ਟਰਪਤੀ ਰਾਜ ਲਾ ਦੇਣਗੇ ਔਰ ਅੱਗੋਂ ਡੰਡੇ ਦੇ ਜ਼ੋਰ ਦੇ ਨਾਲ ਪੰਜਾਬ 'ਚ ਇਲੈਕਸ਼ਨ ਕਰਾ ਦੇਣਗੇ। ਇਹ ਤਾਂ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਆ। ਜਿਹੜੇ ਹਰਜੀਤ ਗਰੇਵਾਲ ਦਾ ਕੀ ਕੰਮ ਹੈ ਕਿ ਕਿਸਾਨਾਂ ਦੇ ਖਿਲਾਫ ਬੋਲਣ ਦਾ, ਉਹਨੂੰ ਕੀ ਪਤਾ ਲੋਕਾਂ ਦੀਆਂ ਮੁਸ਼ਕਲਾਂ ਦਾ। ਜਦ ਸਾਡੇ ਕੋਲ 50-50 ਸਾਲ ਦੇ ਤਜਰਬੇ ਵਾਲੇ ਲੀਡਰ ਨੇ ਸਾਡੇ ਨਾਲ, ਉਹ ਸਾਡੇ ਬਜ਼ੁਰਗ ਉੱਥੇ ਬੈਠੇ ਨੇ, ਰਾਜੇਵਾਲ ਹੁਣੀ, ਬਾਕੀ ਜਿਹੜੇ ਡੱਲੇਵਾਲ ਸਾਹਿਬ ਤੇ ਸਾਡੇ ਹੋਰ ਜਿਹੜੇ ਸੀਨੀਅਰ ਲੀਡਰ ਨੇ ਜਿਨ੍ਹਾਂ ਦਾ 50-50 ਸਾਲ ਦਾ ਤਜਰਬਾ, ਨਾਲ ਸਾਡਾ ਯੂਥ ਬੈਠਾ। ਇਸ ਕਰਕੇ ਮਤਲਬ ਸਾਡੀ ਜਿੱਤ ਯਕੀਨੀ ਆ, ਕਿਉਂਕਿ ਅਸੀਂ ਸੱਚ ਦੀ ਲੜਾਈ ਲੜਨੇ ਆ। ਲੜਾਈ ਹੈ ਤੇ ਜਿੱਤ ਯਕੀਨੀ। ਕੁਝ ਕਹਿਣਾ ਚਾਹੁੰਦੇ ਹੋ ਤੁਸੀਂ? ਕੁਝ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਤਾਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਗੁਰੂ ਮਹਾਰਾਜ ਨੇ ਰਾਣਾ ਜੀ ਨੂੰ ਬਹੁਤ ਵੱਡਾ ਵੱਲ ਬਖਸ਼ਿਆ, ਔਰ ਸਾਰੇ ਹੀ ਇੰਡੀਆ ਦੇ ਕਿਸਾਨ ਭਾਈਚਾਰੇ ਨੂੰ ਮੈਂ ਇਹ ਅਪੀਲ ਕਰੂੰਗਾ ਕਿ ਬਿਲਕੁਲ ਮਤਲਬ ਕਿ ਰਾਣਾ ਜੀ ਦੇ ਅਗੇਂਸਟ ਜਿਹੜੀ ਇਹ ਉਹ ਬੀਜੇਪੀ ਕੁਝੀਆਂ ਚਾਲਾਂ ਚੱਲ ਰਹੀ ਆ, ਉਹ ਚਾਲਾਂ ਨੂੰ ਸੁਣਨ ਦੀ ਲੋੜ ਨਹੀਂ। ਨੇਕ ਦਿਲ ਇਨਸਾਨ ਆ ਜਿਹੜੇ ਇੰਨਾ ਖਰਚਾ ਕਰ ਰਹੇ ਆ ਕਿ ਪ੍ਰਮਾਤਮਾ ਵੱਲੋਂ ਉਹਨਾਂ ਨੂੰ ਅਸੀਂ ਕਹਿੰਦੇ ਚੜ੍ਹਦੀ ਕਲਾ ਬਖਸ਼ੇ, ਔਰ ਉਹਨਾਂ ਨੂੰ ਸਮੱਤ ਬਖਸ਼ੇ ਹੋ ਜਾਈ ਕਿ ਇਦੋਂ ਵੀ ਵੱਧ ਚੜ੍ਹ ਕੇ ਸੇਵਾ ਕਰਨ। ਬਿਲਕੁਲ ਵੱਧ ਚੜ੍ਹ ਕੇ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ? ਸਤਿ ਹਾਂਜੀ, ਠੀਕ ਹੈ ਜੀ। ਦਿਲ ਤਾਂ ਕਹਿੰਦੇ ਕਿਸਾਨਾਂ ਦਾ ਦੁਖਿਆ ਬੜਾ, ਉਦੋਂ ਆਹ ਸਵਾਲ ਚੱਕਣ ਵਾਲੇ ਵੀ ਆ ਗਏ। ਦੇਖੋ ਜੀ, ਅਸੀਂ ਤਾਂ ਰਾਣਾ ਜੀ ਦਾ ਧੰਨਵਾਦ ਕਰਨ ਆਏ ਆ, ਜਿਹੜਾ ਕਿ 7 ਮਹੀਨੇ ਤੋਂ ਲੰਗਰ ਦੁੱਧ ਦਾ ਬਿਨ ਨਾਗਾ ਚੱਲ ਰਿਹਾ। ਅਗਰ ਕੋਈ ਗੱਡੀ ਲੰਘ ਜਾਂਦੀ ਆ ਤੇ ਰਾਣਾ ਜੀ ਦਾ ਉੱਪਰ ਗੱਡੀ ਦੇ ਮੋਬਾਈਲ ਨੰਬਰ ਲਿਖਿਆ ਹੁੰਦਾ, ਰਾਣਾ ਜੀ ਸਾਨੂੰ ਦੁੱਧ ਨਹੀਂ ਮਿਲਿਆ, ਔਰ ਬਾਲਟੇ ਭਰ ਕੇ ਦੁੱਧ ਦੇ ਜਾਂਦੇ ਆ। ਮੈਂ ਕਹਿੰਦਾ ਘਰੋਂ ਮੱਝ ਵੀ ਚੋਣ ਜਾਈਏ ਤਾਂ ਸਾਰੀ ਜਿਹੜੀ ਪੱਠੇ ਪਾਈਦਾ ਤਾਂ ਵੀ ਸੋਚੀਦਾ ਵੀ ਬਾਲਟੀ ਭਰਨੀ ਨਹੀਂ। ਔਰ ਰਾਣਾ ਜੀ ਜਿੱਦਾਂ ਵੀ ਕੋਈ ਬਾਲਟੀਆਂ 2 ਲਿਆਉਂਦਾ 4 ਲਿਆਉਂਦਾ, ਉਹ ਦੁੱਧ ਦੀਆਂ ਭਰ ਕੇ ਪੈਕਟਾਂ ਨਾਲ ਜਾਂਦੇ ਆ। ਮੁੱਲ ਦਾ ਦੁੱਧ ਭਰਾਵੋ ਖੁੱਲ੍ਹਾ ਵੰਡਣਾ ਫਰੀ ਕੋਈ ਸੌਖਾ ਨਹੀਂ। ਮੈਂ ਬੇਨਤੀ ਕਰਦਾ ਆਪਣੇ ਵੱਲੋਂ ਕਿਸਾਨ ਵੀਰਾਂ ਨੂੰ, ਔਰ ਸਾਰੇ ਜਿੰਨੇ ਮਜ਼ਦੂਰ ਕਿਸਾਨ ਆਪਣੇ ਜਿੰਨੇ ਵੀ ਵਰਕਦੇ ਆ, ਔਰ ਭਰਾਵੋ ਏਡਾ ਦਾਨੀ ਸੱਜਣ ਕੋਈ ਮਿਲਣਾ ਨਹੀਂ ਜਿੰਨਾ ਦਾਨ ਸਾਡਾ ਰਾਣਾ ਵੀਰ ਕਰ ਰਿਹਾ, ਔਰ ਉਹਦਾ ਸਾਥ ਦਿਓ। ਉਸ ਦਾ ਵੱਧ ਤੋਂ ਵੱਧ ਆਉਂਦੇ ਜਾਂਦੇ ਦਿੱਲੀ ਨੂੰ ਖਾਣਾ ਇੱਥੋਂ ਖਾਓ। ਗੱਡੀਆਂ ਵਾਲੇ, ਟਰਾਂਸਪੋਰਟ ਵਾਲੇ ਸਾਰੇ ਹੀ ਜਿੰਨੇ ਵੀ ਵੀਰ ਆ ਸਾਡੇ ਰਾਣੇ ਭਰਾ ਦੇ ਨਾਲ ਖੜੇ ਆ, ਔਰ ਖੜੇ ਰਹਿਣਗੇ ਸਾਰੀ ਜ਼ਿੰਦਗੀ। ਮੈਂ ਦਬਾਬਾ ਕਿਸਾਨ ਸੰਘਰਸ਼ ਕਮੇਟੀ ਤੋਂ ਪ੍ਰਧਾਨ ਹਰਸਲਿੰਦਰ ਸਿੰਘ, ਔਰ ਮੈਂ ਇਸ ਕਰਕੇ ਸਪੈਸ਼ਲ ਧੰਨਵਾਦ ਕਰਨਾ ਆਇਆ ਰਾਣਾ ਜੀ ਦਾ ਕਿ ਰਾਣਾ ਜੀ ਤੁਸੀਂ 7 ਮਹੀਨੇ ਤੋਂ ਬਿਨ ਨਾਗਾ ਸੇਵਾ ਕਰ ਰਹੇ। ਕਦੇ ਇਹ ਨਹੀਂ ਵੀਡੀਓ ਨਹੀਂ ਪਾਈ ਸੀ, ਕਦੇ ਕੁਛ ਨਹੀਂ। ਭਰਾਵੋ ਉਹ ਸੱਜਣ ਆ ਜਿਹੜਾ ਇੱਕ ਦਿਨ ਪਾਣੀ ਪਿਲਾਉਂਦਾ ਨਾ 10 ਦਿਨ ਫੋਟੋਆਂ ਪਾਉਂਦਾ ਰਹਿੰਦਾ। ਔਰ ਇਹ ਦੇਖੋ ਧੰਨਵਾਦ ਅਸੀਂ ਇਹ ਤਾਂ ਕਰਦੇ ਵੀਰ ਦਾ ਕਿ ਪਾਣੀ ਔਰ ਦੁੱਧ ਖੁੱਲ੍ਹਾ ਵਰਤਾਅ ਹੋ ਰਿਹਾ, ਖੁੱਲ੍ਹਾ ਲੰਗਰ। ਭਰਾਵੋ ਇੰਨਾ ਕੋਈ ਲੰਗਰ ਨਹੀਂ ਲਾ ਸਕਦਾ ਜਿੰਨਾ ਰਾਣਾ ਜੀ ਨੇ ਲਾਇਆ। ਔਰ ਜਿਹੜੇ ਬੰਦੇ ਇਹਨਾਂ ਦਾ ਵਿਰੋਧ ਕਰਦੇ ਆ, ਗੱਲਾਂ ਕਰਦੇ ਆ ਕਿ ਕਿਸਾਨ ਵੀਰਾਂ ਨਾਲ ਠੱਗੀ ਹੋ ਰਹੀ ਆ, ਉਹ ਭਰਾਵੋ ਸਾਡੇ ਨਾਲ ਕੋਈ ਠੱਗੀ ਨਹੀਂ ਹੋ ਰਹੀ। ਜੋ ਸਾਨੂੰ ਸੁੱਖ ਦੇ ਲਟਾ ਤਾਂ ਇਹ ਆਪਣਾ ਕਰ ਰਹੇ ਆ। ਮੈਂ ਕਹਿੰਦਾ ਰਾਣਾ ਜੀ ਦੀ ਵੱਧ ਤੋਂ ਵੱਧ ਸਹੂਲਤ ਦੇਵੋ, ਇਹਨੂੰ ਸੇਵਾ ਕਰੋ, ਇਹਨਾਂ ਦੇ ਨਾਲ ਮਤਲਬ ਖੜੇ ਹੋਵੋ। ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਰੇ ਕਿਸਾਨ ਵੀਰ, ਔਰ ਖੜੇ ਰਹਿਣਗੇ। ਸੋ ਇਹ ਹਾਂਜੀ ਜਿਸ ਤਰ੍ਹਾਂ ਰਾਣਾ ਜੀ ਮਤਲਬ ਸੇਵਾ ਕਰ ਰਹੇ ਆ, ਔਰ ਅੱਜ ਤੱਕ ਇਹ ਨਹੀਂ ਕਦੇ ਵੀ ਪਿੱਠ ਨਹੀਂ ਦਿਖਾਈ। ਇਹ ਕਹਿੰਦੇ ਵੀ ਜੋ ਮਰਜ਼ੀ ਹੋ ਜਾਏ ਮੈਂ ਕਿਸਾਨਾਂ ਦੇ ਨਾਲ ਖੜਾ ਆ, ਤੇ ਕਿਸਾਨ ਵੀ ਇਹਨਾਂ ਰਾਣਾ ਜੀ ਦੇ ਨਾਲ ਖੜੇ ਆ, ਕਦੇ ਵੀ ਖੜੇ ਰਹਿਣਗੇ, ਸਾਰੀ ਜ਼ਿੰਦਗੀ ਖੜੇ ਰਹਿਣਗੇ। ਮੈਂ ਇੱਕ ਬੇਨਤੀ ਕਰਦਾ ਪਰਮਾਤਮਾ ਮੂਹਰੇ ਵੀ ਕਿ ਹੇ ਪਰਮਾਤਮਾ, ਅੱਜ 2 ਢਾਬੇ ਆ,
ਮੈਂ ਕਹਿੰਦਾ ਹਜ਼ਾਰਾਂ ਢਾਬੇ ਇਹਨਾਂ ਦੇ ਹੋਣ ਔਰ 골ਡਨ ਹੱਟ ਦੇ ਨਾਂ ਦੇ, ਤਾਂ ਭਰਾਵੋ ਸਾਨੂੰ ਵੀ ਹੋਵੇ ਮਾਣ ਮਹਿਸੂਸ ਹੋਵੇ ਕਿ ਰਾਣਾ ਜੀ ਕਿਸਾਨਾਂ ਨਾਲ ਉਦੋਂ ਖੜੇ ਹੋਏ ਸੀ, ਤਾਂ ਅੱਜ ਪਰਮਾਤਮਾ ਨੇ ਇਹਨਾਂ ਨੂੰ ਇੰਨੀ ਤਰੱਕੀ ਬਖਸ਼ੀ ਆ ਔਰ ਹਜ਼ਾਰਾਂ ਢਾਬੇ ਦਾ ਪਰਿਵਾਰ ਦਾ ਐਡਾ ਵੱਡਾ ਨਾਂ ਹੋਵੇ ਜਿੱਦਾਂ ਕਿ ਪੂਰੇ ਵਰਲਡ ਦੇ ਵਿੱਚ। ਕੱਲ ਨੂੰ ਫਿਰ ਉਹਨਾਂ ਨੇ ਦੋਸ਼ ਲਾਣਾ ਕਹਿਣਾ ਵੀ ਮੋਰਚੇ 'ਚ ਕਮਾ ਕੇ ਹਜ਼ਾਰਾਂ ਢਾਬੇ ਕਰ ਲਏ। ਮੈਂ ਕਿਹਾ ਜੀ ਦੇਖੋ, ਜਿਹੜਾ ਬੰਦਾ ਦਾਨੀ ਸੱਜਣ ਹੁੰਦਾ ਬਰਕਤਾਂ ਉਹਨਾਂ ਦੇ ਹੀ ਪੈਂਦੀਆਂ ਹੁੰਦੀਆਂ ਆ। ਅਰਬਾਂ ਪਤੀ ਬੰਦੇ ਹੋਣਗੇ ਪਰ ਦਾਨੀ ਨਹੀਂ ਐਡੇ ਹੋਣਗੇ। ਜਿਹੜਾ ਦਾਨ ਰਾਣਾ ਜੀ ਨੇ ਕੀਤਾ, ਜਿੰਨੀ ਸੇਵਾ ਕੀਤੀ ਆ, ਔਰ ਜਦੋਂ ਵੀ ਸੰਘਰਸ਼ ਦੇ ਵਿੱਚ ਮੈਂ ਕਹਿੰਦਾ ਨਾਂ ਆਊਗਾ ਪਹਿਲੇ ਨੰਬਰ ਤੇ ਰਾਣਾ ਜੀ ਦਾ ਆਊਗਾ, ਸਭ ਤੋਂ ਬਾਅਦ ਚ ਬਾਕੀ ਸਾਰੇ ਇੱਥੋਂ ਦੂਸਰੇ ਤੀਸਰੇ ਦਰਜੇ ਤੇ ਹੋਣਗੇ। ਔਰ ਬਹੁਤ ਬਹੁਤ ਧੰਨਵਾਦ ਰਾਣਾ ਜੀ ਦਾ ਔਰ ਇਲਾਕੇ ਦੀਆਂ ਸੰਗਤਾਂ ਦਾ, ਭਾਰਤ ਪੂਰੇ ਦਾ, ਔਰ ਜਿੰਨੀਆਂ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਵੱਸਦੀਆਂ, ਔਰ ਸਾਰਾ ਹੀ ਰਾਣਾ ਜੀ ਦਾ ਖਿਆਲ ਰੱਖਣ। ਮੈਂ ਇੰਨਾ ਹੀ ਕਹਿੰਦਾ ਹੋਇਆ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆ ਦੁਆਬੇ ਦੀ ਜਥੇਬੰਦੀ ਪਹੁੰਚੀ ਤਾਂ ਤੁਸੀਂ ਤਸਵੀਰਾਂ ਵੀ ਦੇਖੋ ਵੀ ਬੱਸਾਂ ਵੀ ਭਰ ਪਹੁੰਚਣ ਲੱਗ ਪਈਆਂ ਇੱਥੇ। ਬੱਸ ਪੂਰੀ ਭਰ ਕੇ ਆਈ, ਕਹਿੰਦੇ ਲੁਧਿਆਣਿਓਂ ਆਈ ਹੈ, ਲੁਧਿਆਣੇ ਆਈ ਸਪੋਰਟ ਕਰਨ ਦੇ ਲਈ ਆਈ। ਤੇ ਗੱਲਬਾਤ ਕਰ ਹੀ ਲੈਣਗੇ ਬਾਈ। ਸਤਿ ਸ਼੍ਰੀ ਅਕਾਲ ਬਾਬਾ ਜੀ, ਕੀ ਹਾਲ ਚਾਲ? ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਜੀ। ਜਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲਿਓ ਟੁੱਟਦੇ। ਰਾਣੇ ਨਾਲ ਅੱਜ ਤੱਕ ਕਦੇ ਨਹੀਂ ਟੁੱਟਾਂਗੇ ਵਿਚਾਲਿਓ। ਅਸੀਂ ਅਡਾਨੀਆਂ ਦੀ ਬੰਦਰਗਾਹ ਤੇ ਕਿਲਾ ਰੈਪਰ ਮੋਰਚਾ ਲਾਈ ਬੈਠੇ ਹਾਂ। ਅਸੀਂ 1 ਮਹੀਨਾ ਉੱਥੇ ਲੇਟ ਲਾਇਆ, ਸਾਨੂੰ 6 ਮਹੀਨੇ ਹੋ ਗਏ ਤੇ ਮੋਰਚੇ ਚੱਲਦੇ ਨੂੰ 7 ਮਹੀਨੇ ਹੋ ਗਏ। ਅਸੀਂ ਤਾਂ ਪਤਾ ਨਹੀਂ ਨੈੱਟ ਵਾਲਿਆਂ ਨਾਲ ਵੀ ਕੋਈ ਗੜਬੜਾ, ਅਸੀਂ ਦੂਰ ਤੋਂ 골ਡਨ ਹੱਟ ਭਰੀ ਹੋਈ ਸੀ, ਉਹ ਕਦੇ 2 ਕਿਲੋਮੀਟਰ ਦਿਖਾਉਂਦਾ ਸੀ, ਕਦੇ 3 ਕਿਲੋਮੀਟਰ ਦਿਖਾਉਂਦਾ ਸੀ। ਅਸੀਂ ਤਾਂ ਉਰੇ ਪਹੁੰਚੇ ਆ, ਪਤਾ ਲੱਗਿਆ ਵੀ ਠੀਕ ਆ ਸਾਡਾ ਇੱਥੇ। ਤੂੰ ਤਾਂ ਟੁੱਟਣ ਨਹੀਂ ਦਿੱਤਾ ਵੇ ਜੀ। ਹਾਂਜੀ, ਤੂੰ ਤਾਂ ਮੋਸ਼ਾ ਵੀ ਰਹਿ ਨਾ ਜੀ ਟੁੱਟੂ ਨਹੀਂਗਾ। ਰਾਣਾ ਜੀ ਨਾਲ ਸਾਰੀ ਉਮਰ ਦਾ ਰਹਿ ਗਿਆ ਮੋਚਾ। ਇਹ ਤਾਂ ਰਾਣਾ ਜੀ ਨੂੰ ਪਤਾ ਹੀ ਨਹੀਂ ਹੈਗਾ। ਪੰਜਾਬ ਦੇ ਇੱਕ ਬੱਚੇ ਨੂੰ ਵੀ ਪਤਾ ਵੀ ਰਾਣਾ ਜੀ ਦਾ ਹੋਟਲ ਆ, ਨਹੀਂ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ ਹੈਗਾ। ਜਿਹੜਾ ਪੰਜਾਬ ਦਾ ਕਿਤੇ ਦਾ ਵੀ ਕਿਸਾਨ ਆ, ਚਾਹੇ ਹਰਿਆਣੇ ਦਾ ਜਾਟ ਆ, ਚਾਹੇ ਪੰਜਾਬ ਦਾ ਜਾਟ ਆ, ਇੱਕੋ ਹੀ ਗੱਲ ਆ। ਹਰਿਆਣਾ ਸਾਡਾ ਛੋਟਾ ਭਾਈ ਆ, ਵੱਡਾ ਭਾਈ ਕਿਤੇ ਛੋਟੇ ਭਾਈ ਦਾ ਸਾਥ ਨਹੀਂ ਛੱਡੂਗਾ, ਬਿਲਕੁਲ ਹੀ ਨਹੀਂ ਹੋਊਗਾ। ਸਾਰੀ ਉਮਰ ਚੜ੍ਹਦੀ ਕਲਾ ਰਹੂਗੀ। ਪਰਮਾਤਮਾ ਦੇ ਇਹਨਾਂ ਤੇ ਕੋਈ ਮਿਹਰ ਹੀ ਆ। ਕੋਈ ਕਿਸੇ ਦੀ ਜੇਬ 'ਚੋਂ ਰੁਪਈਆ ਨਹੀਂ ਕਢਾ ਸਕਦਾ। ਇਹ ਤਾਂ ਉੱਪਰ ਵਾਲਾ ਪਰਮਾਤਮਾ ਵਾ, ਉਹਨੇ ਹੀ ਜਿਹੜਾ ਕੁਝ ਕਰਨਾ ਉਹਨੇ ਹੀ ਕਰਨਾ। ਤੇ ਅਸੀਂ ਤਾਂ ਤੁੱਕੀ ਕੱਢ ਦਾਂਗੇ। ਅਡਾਨੀਆਂ ਦੀ ਤੁੱਕੀ ਕੱਢੀ ਹੋਈ ਆ, ਕਹਿੰਦੇ ਸਾਡਾ 7000 ਕਰੋੜ ਦਾ ਸਾਲ ਦਾ ਨੁਕਸਾਨ ਹੋ ਜੂ। ਸਾਡੇ ਬੰਦੇ ਦਾ ਜਿਹੜਾ ਨੁਕਸਾਨ ਕਰਦੇ ਉਹ ਨਹੀਂ ਚੇਤੇ ਹੈਗਾ। ਤੇ ਮਾੜਾ ਜਿਹਾ ਕਿਸੇ ਦੇ ਕੰਡਾ ਵੀ ਲੱਗਦਾ ਐਮਐਲਏ ਦੇ, ਜਦ ਹੀ ਭੱਜ ਜਾਂਦੇ ਆ। ਹੁਣ ਜਿੰਨੇ ਐਮਐਲਏ ਨੇ, ਸਾਰੇ ਹੀ ਕਿਸਾਨ ਵੀਰਾਂ ਨੂੰ ਬੇਨਤੀ ਆ, ਜਿਵੇਂ ਆਪਾਂ ਜੀਓ ਦੇ ਸਿਮ ਕੱਢ ਕੇ ਬਾਹਰ ਮਾਰੇ, ਕੋਈ ਰੱਖਿਆ ਤਾਂ ਨਹੀਂ ਕਿਸੇ ਨੇ ਜੀਓ ਦਾ ਸਿਮ। ਇਵੇਂ ਜਿਵੇਂ ਆਪਾਂ ਇੱਕ 3 ਸਿਮ ਪਾਈ ਬੈਠੇ ਆ, ਇੱਕ ਤਾਂ ਅਕਾਲੀਆਂ ਦਾ ਪਾਈ ਬੈਠੇ ਆ, ਇੱਕ ਕਾਂਗਰਸ ਦਾ ਪਾਈ ਬੈਠੇ ਆ, ਇੱਕ ਆ ਨਵੇਂ ਝਾੜੂ ਵਾਲੇ। ਗੁਰੂ ਸਾਹਿਬ ਨੇ ਤਾਂ ਹੱਥ 'ਚ ਖੰਡਾ ਫੜਾਇਆ ਸੀ, ਇਹਨਾਂ ਨੇ ਸਾਲਿਆਂ ਨੇ ਝਾੜੂ ਫੜਾਤਾ। ਇਹ ਭਾਈ ਭਾਸ਼ਾ ਥੋੜੀ ਜੀ ਚਲੋ ਸੈੱਟ ਰੱਖੋ ਆਪਣੀ। ਆਓ ਜੀ, ਹੋਰ ਕੀ ਹਾਲ ਚਾਲ? ਠੀਕ ਠਾਕ ਹੋ? ਹਾਂਜੀ ਬਾਈ, ਜਮਹੂਰੀ ਕਿਸਾਨ ਸਭਾ। ਮੈਂ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦਾ ਜਨਰਲ ਸੈਕਟਰੀ ਹਾਂ ਜੀ। ਹਰਨੇਕ ਸਿੰਘ ਗੁੱਜਰਵਾਲ ਮੇਰਾ ਨਾਮ ਆ। ਤੇ ਅਸੀਂ ਨੈੱਟ ਤੇ ਦੇਖਿਆ ਵੀ ਜਿਹੜਾ ਸਾਡਾ ਸਾਥੀ ਆ ਰਾਣਾ, ਜਿਹਦੇ ਢਾਬੇ ਆ 골ਡਨ ਹੱਟ ਦੇ ਨਾਂ ਦੇ ਉੱਤੇ, ਉਹਨਾਂ ਨੂੰ ਟਾਰਗੇਟ ਕਰਕੇ ਉਹਦੇ ਤੇ ਹਮਲੇ ਕੀਤੇ ਜਾ ਰਹੇ ਆ, ਉਹਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਸੀਂ ਸਮਝਦੇ ਹਾਂ ਵੀ ਇਹ ਮੋਦੀ ਸਰਕਾਰ ਦੀ ਜਿਹੜੀ ਸਕੀਮ ਆ, ਆਮ ਲੋਕਾਂ ਨੂੰ, ਸਾਡੇ ਆਪਦੇ ਭਰਾਵਾਂ ਨੂੰ ਇਸ ਜਿਹੜੇ ਬਿਜ਼ਨਸ ਚੱਲਦੇ ਨੇ, ਸਾਡੇ ਜਿਹੜੇ ਕਾਰੋਬਾਰ ਚੱਲਦੇ ਆ, ਉਹਨਾਂ ਵਿੱਚੋਂ ਕੱਢਣ ਦਾ ਕਾਰਨ ਆ। ਅਸਲ ਦੇ ਵਿੱਚ ਉਹ ਸਿੱਧਾ ਜਿਹੜੇ ਕਾਰਪੋਰੇਟ ਘਰਾਣੇ ਨੇ, ਅਡਾਨੀ ਅਬਾਨੀ ਨੇ, ਉਹਨਾਂ ਨੂੰ ਸਾਰਾ ਬਿਜ਼ਨਸ, ਸਾਰੀ ਖੇਤੀ, ਸਾਰਾ ਕਾਰੋਬਾਰ ਉਹਨਾਂ ਨੂੰ ਸੌਂਪ ਦੇਣਾ ਚਾਹੁੰਦਾ। ਜਿਹੜੇ ਸਾਡੇ ਵਰਗੇ ਲੋਕ, ਥੱਲੇ ਵਾਲੇ ਜਿਹੜੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ, ਥੋੜ੍ਹੀ ਜਿਹੀ ਉਹਦੇ 'ਚੋਂ ਕਮਾਈ ਕਰ ਲੈਂਦੇ ਨੇ। ਸੇਵਾ ਕਰਦੇ ਕਰਦੇ ਕਮਾਈ ਕਰਕੇ ਉਹ ਲੋਕਾਂ ਦੇ ਵਿੱਚ ਵਰਤਾਉਂਦੇ ਨੇ, ਆਪਦੀ ਦਸਾਂ ਨਹੁੰਾਂ ਦੀ ਕਿਰਤ ਦੇ ਵਿੱਚੋਂ ਜਿਹੜਾ ਦਸਵੰਧ ਆ ਉਹ ਕੱਢਦੇ ਨੇ। ਉਹ ਰੋਕਣਾ ਚਾਹੁੰਦੇ ਨੇ, ਤੇ ਜਦੋਂ ਰੋਕਣਾ ਚਾਹੁੰਦੇ ਆ, ਹਾਂ ਸਮਝ ਰਹੇ ਨੇ। ਜਿਹੜੇ ਅਡਾਨੀ ਅਬਾਨੀ ਆ, ਉਹ ਸਵਾਏ ਲੁੱਟ ਕਰਨ ਤੋਂ, ਸਾਡੀ ਕਿਰਤ ਲੁੱਟਣ ਤੋਂ ਬਿਨਾਂ, ਸਾਡੀ ਜ਼ਮੀਨ ਖੋਹਣ ਤੋਂ ਬਿਨਾਂ, ਸਾਡਾ ਜਿਹੜਾ ਕਾਰੋਬਾਰ ਆ ਉਹ ਤੋਂ ਖੋਹਣ ਤੋਂ ਬਿਨਾਂ ਕੁਝ ਨਹੀਂ ਕਰ ਰਹੇ। ਉਹਨਾਂ ਦੀ ਵਜ੍ਹਾ ਨਾਲ ਸਾਡੇ ਦੇਸ਼ 'ਚ ਬੇਰੁਜ਼ਗਾਰੀ ਫੈਲ ਰਹੀ ਆ। ਸਾਡਾ ਸਾਰੀ ਕਮਾਈ ਜਿਹੜੀ ਉਹਨਾਂ ਦੀ ਝੋਲੀ ਦੇ ਵਿੱਚ ਪੈ ਰਹੀ ਆ। ਉਹ ਸਾਰੀਆਂ ਚੀਜ਼ਾਂ ਲੋਕ ਸਮਝ ਰਹੇ ਨੇ। ਹੁਣ ਜੇ ਰਾਣਾ ਹੋਣਾ ਦੇ ਉੱਤੇ ਕਹਿੰਦੇ ਵੀ ਆਪਦਾ ਆ ਗਈ ਜਾਂ ਫਿਰ ਸੰਕਟ ਜਾਂ ਖੜਾ ਕਰਤਾ ਸਰਕਾਰ ਨੇ, ਤਾਂ ਨਾਲ ਖੜੇ ਹੋ? ਨਹੀਂ, ਤੁਸੀਂ ਇਹ ਤਾਂ ਦੇਖ ਹੀ ਰਹੇ ਹੋ। ਖੜਨ ਦਾ ਤਾਂ ਮਤਲਬ ਇਹ ਤਾਂ ਜਿਵੇਂ ਕਹਿ ਦਈਏ ਵੀ ਅਸੀਂ ਨਾਲ ਖੜੇ ਆਂ, ਐਵੇਂ ਝੂਠਾ ਵਿਸ਼ਵਾਸ ਦਿਵਾਉਣ ਵਾਲੀ ਗੱਲ ਹੋਊਗੀ। ਖੜਨ ਦਾ ਲੋਕਾਂ ਨੇ ਨਤੀਜਾ ਦੇਖ ਲਿਆ ਵਾ। ਅਜੇ ਖੜਨ ਦਾ ਜੇ ਸਰਕਾਰ ਨੂੰ 4 ਕਦਮ ਪਿੱਛੇ ਹਟਣਾ ਪਿਆ ਵਾ, ਜੇ ਲੋਕਾਂ ਦਾ ਰੋਹ ਸੀ ਤਾਂ ਪਿੱਛੇ ਹਟੇ ਨੇ। ਜੇ ਕਿਤੇ ਲੋਕ ਨਾ ਖੜਦੇ, ਉਹਨਾਂ ਨੇ ਇਕੱਲਾ ਰਾਣੇ ਨੂੰ ਨਿਸ਼ਾਨਾ ਨਹੀਂ ਸੀ ਬਣਾਉਣਾ, ਉਹਨਾਂ ਨੇ ਸਟੈਪ ਟੂ ਸਟੈਪ ਅੱਗੇ ਹੋਰ ਲੋਕਾਂ 'ਤੇ ਵਧਣਾ ਸੀਗਾ। ਅੱਜ ਜੇ ਲੋਕਾਂ ਦੇ ਰਾਣੇ ਦੇ ਨਾਲ ਖੜੇ ਆ, ਰਾਣਾ ਇੱਕ ਮਤਲਬ ਸਿੰਬਲ ਬਣ ਗਿਆ ਇਸ ਗੱਲ ਦਾ ਵੀ ਜੇ ਅਸੀਂ ਸੇਵਾ ਕਰਦੇ ਸਾਨੂੰ ਨੁਕਸਾਨ ਉਠਾਉਣਾ ਪਵੇ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਤੇ ਇਸ ਕਰਕੇ ਰਾਣੇ ਦੀ ਜਿਹੜੀ ਕੁਰਬਾਨੀ ਆ ਜਾਂ ਉਹਦੀ ਸੇਵਾ ਭਾਵਨਾਵਾਂ, ਉਹਦਾ ਮੁੱਲ ਲੋਕਾਂ ਨੇ ਪਾਇਆ ਵਾ। ਤੇ ਲੋਕ ਜ਼ਰੂਰ ਬਾਈ
ਜੀ ਕਹਿ ਕੇ ਹਟੇ ਨੇ ਕਿ ਵੀ ਯਾਰੀ ਜੱਟ ਦੀ ਤੂਤ ਦਾ ਮੋਸ਼ਾ ਨਹੀਂ ਟੁੱਟਣਾ। ਇਹ ਜਿਹੜੀ ਯਾਰੀ ਆ ਸਾਡੀ ਲੋਕਾਂ ਦੇ ਵਿੱਚ ਅੱਗੇ ਨਫ਼ਰਤ ਫੈਲਾਈ ਹੋਈ ਸੀ, ਮੋਦੀ ਸਰਕਾਰ ਨੇ ਜਿਹੜੀ ਨਫ਼ਰਤ ਭਰੀ ਸੀਗੀ, ਕਦੇ ਪੰਜਾਬ ਦੇ ਨਾਂ ਤੇ, ਕਦੇ ਹਰਿਆਣੇ ਦੇ ਨਾਂ ਤੇ, ਕਦੇ ਜਾਤ ਦੇ ਨਾਂ ਤੇ, ਕਦੇ ਧਰਮ ਦੇ ਨਾਂ ਤੇ, ਉਹ ਨਫ਼ਰਤਾਂ ਵੀ ਟੁੱਟ ਰਹੀਆਂ ਨੇ। ਅੱਜ ਇਹਨਾਂ ਲੋਕਾਂ ਨਾਲ ਸਾਡੇ ਰਾਣੇ ਵਰਗੇ ਜਿਹੜੇ ਵੀਰ ਸਾਡਾ ਸਾਥ ਦਿੰਦੇ ਨੇ, ਕਿਸਾਨਾਂ ਦੀ ਮਦਦ ਕਰਦੇ ਨੇ, ਉਹਨਾਂ ਦੇ ਹੱਕ ਦੇ ਵਿੱਚ ਖੜ ਕੇ ਅਸੀਂ ਆਪਣੀ ਜਿਹੜੀ ਉਹਨਾਂ ਨੇ ਸੇਵਾ ਕੀਤੀ ਉਹਦਾ ਮੁੱਲ ਹੀ ਮੋੜ ਰਹੇ ਹਾਂ। ਮੁੱਲ ਨਹੀਂ ਮੋੜ ਸਕਦੇ। ਸੋ ਆ ਪੂਰਾ ਜਥਾ ਪਹੁੰਚਿਆ ਹੈਗਾ, ਦੇਖਿਆ ਤੁਸੀਂ, ਗੱਲਬਾਤ ਵੀ ਕੀਤੀ, ਲੁਧਿਆਣੇ ਆਏ ਨੇ। ਬੀਬੀ ਜੀ ਠੀਕ ਹੋ? ਠੀਕ ਹੈ ਜੀ, ਮੈਂ ਬਹੁਤ ਵਧੀਆ 7 ਮਹੀਨੇ ਹੋ ਗਏ, ਥੱਕ ਤਾਂ ਨਹੀਂ ਗਏ ਹੁਣ? ਨਾ ਜਮਾ ਨਹੀਂ ਥੱਕੇ, ਅਜੇ ਤਾਂ ਪੂਰੀ ਚੜ੍ਹਦੀ ਕਲਾ। ਅਸੀਂ ਤਾਂ ਜਿੱਥੇ ਵੀ ਸਾਡਾ ਧਰਨਾ ਲੱਗਦਾ ਸਾਰੇ ਥਾਂ ਹੀ ਜਾਂਦੇ ਆ, ਕੋਈ ਸਾਨੂੰ ਪਰਵਾਹ ਨਹੀਂ। ਅਸੀਂ ਆਪਣੀ ਜਾਨ ਦੀ ਬਾਜੀ ਲਾ ਕੇ ਵੀ ਆਪਣੇ ਬੱਚਿਆਂ ਦੀ ਰਾਖੀ ਕਰਾਂਗੇ। ਸਾਡੇ ਪੁੱਤ, ਸਾਡੇ ਭਤੀਜੇ, ਭਾਈ, ਘਰ ਵਾਲੇ ਸਭ ਉੱਥੇ ਬੈਠੇ ਨੇ, ਅਸੀਂ ਕੀ ਕਰਨਾ ਘਰੇ ਰਹਿ ਕੇ ਬੇਟਾ। ਗੋਲਡਨ ਹੱਟ ਪਹੁੰਚੇ ਤੁਸੀਂ, ਉਹ ਕਹਿੰਦੇ ਵੀ ਸਰਕਾਰ ਨੇ ਕਾਰੋਬਾਰ ਰੋਕਤਾ, ਤੁਸੀਂ ਵੀ ਦੇਖੇਗੇ ਪੱਥਰ ਘੁੰਮ ਕੇ ਆਏ, ਕਿੰਨਾ ਘੁੰਮਣਾ ਪੈ ਗਿਆ? ਘੁੰਮਣਾ ਬਹੁਤ ਪੈ ਗਿਆ, ਬਹੁਤ। ਅਸੀਂ ਟੀਵੀ ਤੇ ਵੀ ਦੇਖਦੇ ਹਾਂ, ਘਰੇ ਬੈਠੇ ਵੀ ਟੀਵੀ ਤੇ ਦੇਖਦੇ ਹਾਂ ਬਈ ਇਹ ਗਲਤ ਆ, ਕਾਰਵਾਈ ਨਹੀਂ ਹੋਣੀ ਚਾਹੀਦੀ। ਜਦੋਂ ਇਹ ਰਾਣਾ ਜੀ ਸਾਹਿਬ ਦੇ ਨਾਲ ਨੇ ਆਪਣੇ ਭੈਣਾਂ ਭਰਾਵਾਂ ਦੇ, ਤਾਂ ਇਹਨਾਂ ਨੂੰ ਵੀ ਉਹ ਹੋਣਾ ਚਾਹੀਦਾ। ਸਾਨੂੰ ਜਿਹੜੇ ਕਾਲੇ ਕਾਨੂੰਨ ਨੇ ਮੋਦੀ ਵਾਪਸ ਲੈ ਲਵੇ, ਕੋਈ ਰੌਲਾ ਹੀ ਨਹੀਂ। ਹੋਰ ਸਾਡਾ ਕੋਈ ਰੌਲਾ ਹੀ ਇਹੀ ਆ ਸਾਡਾ। ਬਿਲਕੁਲ। ਸੋ ਇਹ ਬੀਬੀਆਂ ਵੀ ਪਹੁੰਚੀਆਂ, ਬੱਸ ਭਰ ਕੇ ਪਹੁੰਚੀ ਹੈ ਤੇ ਗੱਲਬਾਤ ਕੀਤੀ ਅਸੀਂ। ਤਾਂ ਸੂਬੇ ਦੇ ਪ੍ਰਧਾਨ ਜਮਹੂਰੀ ਸੰਘਰਸ਼ ਕਿਸਾਨ, ਅੱਛਾ ਸਤਿ ਸ਼੍ਰੀ ਅਕਾਲ, ਮਾਫ ਕਰਨਾ ਪਛਾਣ ਨਹੀਂ। ਨਹੀਂ ਕੋਈ ਗੱਲ। ਕਿਵੇਂ ਵੇਖਦੇ ਹੋ ਸਾਰੀਆਂ ਚੀਜ਼ਾਂ ਤੁਸੀਂ ਦੇਖੀਆਂ? ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਮੋਦੀ ਸਰਕਾਰ, ਬੀਜੇਪੀ ਦੀ ਸਰਕਾਰ ਦੀਆਂ ਨੀਤੀਆਂ ਤੇ ਕਾਰਪੋਰੇਟ ਘਰਾਣੇ, ਇਹਨਾਂ ਦਾ ਮਤਲਬ ਬਹੁਤ ਏਕਾ ਆ। ਸੰਸਾਰ ਪੱਧਰ ਤੇ ਕਾਰਪੋਰੇਟ ਘਰਾਣਿਆਂ ਨੇ ਬਹੁਤ ਜਿਹੜੇ ਕਿਰਤੀ ਲੋਕ ਨੇ ਉਹਨਾਂ ਦੀ ਤਬਾਹੀ ਮਚਾਈ ਹੋਈ ਹੈ। ਜਿਹੜੀ ਧਨ ਹੈ ਉਹ ਇੱਕ ਥਾਂ ਤੇ ਕਾਰਪੋਰੇਟਸ ਕੋਲ ਇਕੱਠਾ ਹੋ ਰਿਹਾ ਆ। ਸਾਡੇ ਦੇਸ਼ 'ਚ ਵੀ ਇਹੀ ਹੈ। ਮੋਦੀ ਨੇ ਹਰ ਇੱਕ ਚੀਜ਼ ਕਾਰਪੋਰੇਟਸ ਨੂੰ ਵੇਚ ਦਿੱਤੀ ਹੈ। ਉਹਨਾਂ ਲਈ ਸਭ ਤੋਂ ਵੱਧ ਜਿਹੜੇ ਹਿੱਤ ਨੇ ਉਹ ਅਡਾਨੀਆਂ ਬਾਨੀਆਂ ਦੇ ਕਾਰਪੋਰੇਟਾਂ ਦੇ ਪੂਰੇ ਜਾ ਰਹੇ ਆ। ਜਿਹੜਾ ਵਿਕਾਸ ਦਾ ਮਾਡਲ ਹੈ ਉਹ ਹੈਗਾ ਕਾਰਪੋਰੇਟਿਵ ਮਾਡਲ, ਜਿਹੜਾ ਸਾਡੇ ਲੋਕਾਂ ਲਈ ਨਾ ਠੀਕ ਹੈ, ਨਾ ਹੀ ਸਾਨੂੰ ਮਨਜ਼ੂਰ ਹੈ। ਜਿਹੜਾ ਕਿਰਤ ਦਾ ਮਾਡਲ ਹੈ, ਅਸੀਂ ਉਸ ਮਾਡਲ ਤੇ ਹਾਂ। ਤਾਂ ਤੁਸੀਂ ਆਹ ਜਿਹੜੀ ਘਟਨਾ ਆ ਜਿਹੜੀ ਸਰਕਾਰ ਨੇ ਕੀਤੀ ਹੈ, ਇਸ ਘਟਨਾ ਨੂੰ ਆਪਾਂ ਦੇਖੀਏ ਕਿ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਆ, ਉਹਦੇ ਹੱਕ ਦੇ ਵਿੱਚ ਜਿਹੜੇ ਲੋਕ ਮਦਦ ਕਰਦੇ ਆ ਉਹ ਉਹਨਾਂ ਨੂੰ ਤੰਗ ਕਰਦੀ ਹੈ, ਤਾਂ ਕਿ ਉਹ ਕਿਸਾਨਾਂ ਦੀ ਮਦਦ ਨਾ ਕਰਨ। ਮੀਨ ਕਿ ਜਿਹੜੇ ਪੈਟਰਨ ਹੈ ਜਿਹੜਾ ਪੰਜਾਬ ਨੇ ਟੋਲ ਪਲਾਜ਼ੇ ਰੋਕਤੇ ਵੀ ਸਰਕਾਰ ਨੂੰ ਘਾਟਾ ਪਾਇਆ ਜਾਵੇ, ਤਾਂ ਉਹਨਾਂ ਦੇ ਲੋਕਾਂ ਨੂੰ ਘਾਟਾ ਪਾ ਦਿਓ ਜਿਹੜੇ ਮਦਦ ਕਰ ਰਹੇ। ਜਿਹੜੇ ਮਦਦ ਕਰ ਰਹੇ ਉਹਨਾਂ ਨੂੰ ਘਾਟਾ ਪਾਓ, ਠੀਕ ਆ। ਤਾਂ ਇਹ ਘਾਟਾ ਇਦਾਂ ਨਹੀਂ ਪੈਂਦਾ ਹੁੰਦਾ। ਜਿਹਦੇ ਵੱਲ ਲੋਕ ਹੈ, ਮਤਲਬ ਸਾਡੇ ਜਮਹੂਰੀਅਤ ਹੈ, ਜਿਹਦੇ ਵੱਲ ਲੋਕ ਹੈ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ। ਜਿਨ੍ਹਾਂ ਵੱਲ ਲੋਕ ਨਹੀਂ, ਉਹ ਬਣੇ ਬਣਾਏ ਤਖਤ ਢਹਿ ਜਾਂਦੇ ਆ, ਮਿਲੀਆਂ ਹੋਈਆਂ ਕੁਰਸੀਆਂ ਉਹਨਾਂ ਦੇ ਥੱਲਿਓਂ ਖਿੱਚ ਲਈਆਂ ਜਾਂਦੀਆਂ ਆ। ਮੈਂ ਇਸ ਘਟਨਾ ਨੂੰ ਇਦਾਂ ਵੀ ਦੇਖਦੀ ਹਾਂ ਕਿ ਮੋਦੀ ਸਰਕਾਰ ਨੇ ਜਿਹੜੀ ਮੁਲਾਜ਼ਮਾਂ ਦੀ ਹੜਤਾਲ ਆ ਉਹਦੇ ਤੇ ਪਾਬੰਦੀ ਲਗਾ ਦਿੱਤੀ ਬਈ ਤੁਹਾਨੂੰ ਅਸੀਂ ਕੁੱਟਾਂਗੇ ਵੀ ਤੇ ਰੋਣ ਵੀ ਨਹੀਂ ਦੇਣਾ, ਹੈ ਨਾ। ਉਹਨਾਂ ਤੇ ਪਾਬੰਦੀ ਲਾਈ ਹੈ ਵੀ ਜੇ ਕੋਈ ਜਿਹੜੀ ਮੁਲਾਜ਼ਮਾਂ ਦੀ 26 ਦੀ ਹੜਤਾਲ ਹੋ ਰਹੀ ਹੈ, 26 ਜੁਲਾਈ ਦੀ, ਉਹ 'ਤੇ ਪਾਬੰਦੀ ਹੈ। ਨਾਲ ਉਹਨਾਂ ਨੇ ਕੀ ਲਾਇਆ ਕਿ ਜਿਹੜਾ ਕੋਈ ਇਹਨਾਂ ਨੂੰ ਫੰਡ ਦਊਗਾ ਉਹਨੂੰ 2 ਸਾਲ ਦੀ ਕੈਦ ਆ। ਕੀ ਲੱਗ ਰਿਹਾ ਤੁਹਾਨੂੰ ਵੀ ਇਹ ਸਾਰੀਆਂ ਚੀਜ਼ਾਂ ਮੁਲਕ ਨੂੰ ਤਾਨਾਸ਼ਾਹੀ ਵੱਲ ਨੂੰ ਲੈ ਕੇ ਜਾ ਰਹੀਆਂ ਹੈਗੀਆਂ? ਪੂਰਾ ਫਾਸ਼ੀਵਾਦ ਹੈ ਜੀ। ਤਾਨਾਸ਼ਾਹੀ ਤੇ ਜੇ ਛੋਟੀ ਗੱਲ ਆ, ਤਾਨਾਸ਼ਾਹੀ ਬਹੁਤ ਛੋਟੀ ਗੱਲ ਹੈ ਕਿ ਇੱਕ ਬੰਦਾ ਤਾਨਾਸ਼ਾਹ ਹੋ ਸਕਦਾ ਆ। ਤੇ ਸੁਪਰੀਮ ਕੋਰਟ ਦੀ ਤੁਸੀਂ ਉਹ ਦੇਖੋ ਵਰਡਿਕਟ ਕਿੱਡੀ ਵੱਡੀ ਹੈ। ਉਹ ਕਹਿੰਦੇ ਹੈ ਕਿ ਸਰਕਾਰਾਂ ਨੂੰ ਬਦਲਣਾ, ਜੇ ਅਸੀਂ ਬਦਲ ਦਿੰਦੇ ਆ ਸਰਕਾਰ, ਤਾਂ ਇਹ ਗਰੰਟੀ ਨਹੀਂ ਹੈ ਕਿ ਤੁਸੀਂ ਤਾਨਾਸ਼ਾਹੀ ਕਾਰਵਾਈਆਂ ਨੂੰ ਰੋਕ ਸਕਦੇ ਹੋ। ਇਹ ਕੋਈ ਗਰੰਟੀ ਨਹੀਂ ਹੈ। ਇਟ ਮੀਨਸ ਕਿ ਜਿਹੜੇ ਸਾਡੇ ਵਿਦਵਾਨ ਨੇ ਦੇਸ਼ ਦੇ, ਜਿਹੜੇ ਸਮਾਜਿਕ ਕਾਰਕੁਨ ਨੇ, ਜਿਹੜੇ ਕਲਾਕਾਰ ਨੇ, ਜਿਹੜੇ ਤੁਹਾਡੇ ਵਰਗੇ ਬੱਚੇ ਨੇ, ਜਿਹੜੇ ਇਹੋ ਜਿਹੇ ਵਿਊਜ਼ ਲੈਂਦੇ ਆ ਤੇ ਲੋਕਾਂ ਨੂੰ ਅੱਗੇ ਪਹੁੰਚਾਉਂਦੇ ਹੋ, ਤੁਸੀਂ ਵੀ ਇੱਕ ਕਲਾਕਾਰ ਹੋ, ਤੁਸੀਂ ਇਸ ਮੋਰਚੇ ਦਾ ਹਿੱਸਾ ਹੋ, ਇੱਕ ਉਸ ਸੋਚ ਦਾ ਹਿੱਸਾ ਹੋ। ਤਾਂ ਤੁਸੀਂ ਆਪਦੀ ਜਾਨ ਤਲੀ ਤੇ ਧਰ ਕੇ ਤੁਸੀਂ ਵੀ ਆਪਦੀ ਰੋਟੀ ਜਿਹੜੀ ਹੈ ਉਹ ਤੁਹਾਨੂੰ ਵੀ ਪਤਾ ਹੈ ਜੀ ਇੱਥੇ ਖੁੱਸ ਸਕਦੀ ਤੇ ਖੁੱਸ ਤੁਹਾਡੀ ਵੀ ਸਕਦੀ ਹੈ। ਤੁਸੀਂ ਵੀ ਇਸ ਜਿਹੜਾ ਜ਼ੋਖਮ ਹੈ ਉਹਨੂੰ ਉਠਾ ਕੇ ਇਹ ਕੰਮ ਕਰ ਰਹੇ ਹੋ, ਠੀਕ ਆ। ਤਾਂ ਗੱਲ ਕੀ ਹੈ ਕਿ ਇਹ ਤਾਨਾਸ਼ਾਹ ਨਹੀਂ, ਇਹ ਫਾਸ਼ੀਵਾਦ ਆ। ਕਿ ਜਦੋਂ ਬੰਦਾ ਬੋਲਦਾ ਇੱਕ ਬੰਦੇ ਦੇ ਖਿਲਾਫ ਆ, ਬੀਜੇਪੀ ਦੇ ਖਿਲਾਫ ਆ, ਉਹ ਕਹਿੰਦੇ ਨੇ ਤੁਸੀਂ ਦੇਸ਼ ਧਰੋਹੀ ਹੋ, ਤੁਹਾਡੇ ਤੇ UAPA ਲੱਗੂਗੀ, ਤੁਸੀਂ ਦੇਸ਼ ਧਰੋਹੀ ਹੋ। ਦੇਸ਼ ਧਰੋਹੀ ਦੇ ਵਿੱਚ ਕੁੜੀਆਂ ਨੂੰ, ਔਰਤਾਂ ਨੂੰ, ਸਮਾਜਿਕ ਕਾਰਕੁਨਾਂ ਨੂੰ, ਕਵੀਆਂ ਨੂੰ, ਕਲਾਕਾਰਾਂ ਨੂੰ, ਸਮਾਜਿਕ ਕਾਰਕੁਨਾਂ ਨੂੰ ਜੇਲ੍ਹ 'ਚ ਤੁੰਨਿਆ ਪਿਆ। ਮਤਲਬ ਕਿ ਗੱਲ ਕੀ
ਕਿ ਜੇ ਤੁਸੀਂ ਮੋਦੀ ਦੇ ਬਾਰੇ ਮਾੜਾ ਕਹੋਗੇ ਤੇ ਦੇਸ਼ ਧਰੋਹ ਦਾ ਮੁਕੱਦਮਾ ਆਪਦੇ ਤੇ ਚਲਾਉਣ ਲਈ ਤਿਆਰ ਰਹੋ। ਤੇ ਇੰਨੇ ਚਿਰ ਤੋਂ ਜੇ ਕਿਸਾਨ ਬੈਠੇ ਹੈ ਤੇ ਇੱਥੇ ਪੰਜਾਬ ਦੇ ਵਿੱਚ ਜਿਹੜੇ 150 ਤੋਂ ਵੱਧ ਇੱਥੇ ਜਿਹੜੇ ਧਰਨੇ ਲੱਗੇ ਅਡਾਨੀਆਂ ਬਾਨੀਆਂ ਦੀ ਜਿਹੜੀ ਇਹ ਹੈਗੀ ਹੈ ਬੰਦਰਗਾਵਾਂ ਦੇ ਅੱਗੇ ਲੱਗੇ ਹੋਏ ਆ, ਟੋਲ ਪਲਾਜ਼ਿਆਂ ਤੇ ਲੱਗੇ ਹੋਏ ਆ, ਇਹ ਧਰਨੇ ਇਦਾਂ ਨਹੀਂ ਲੱਗੇ ਹੋਏ, ਇਹ ਫਾਸ਼ੀਵਾਦ ਲੋਕਾਂ ਨੇ ਝੱਲਣਾ ਨਹੀਂਗਾ। ਇਹ ਜਿਹੜੀਆਂ ਔਰਤਾਂ ਨੇ ਤੁਸੀਂ ਦੇਖੋ ਕਿ ਇਹਨਾਂ ਨੂੰ ਪਤਾ ਲੱਗ ਚੁੱਕਾ, ਸਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਾ ਕਿ ਕੱਲ ਨੂੰ ਸਾਡੇ ਚੁੱਲ੍ਹੇ ਬਲਨੇ ਨਹੀਂ, ਅੱਜ ਹੀ ਨਹੀਂ ਬਲ ਰਹੇ। ਜਦੋਂ ਤੁਸੀਂ ਸਿਲੰਡਰ ਦੇਖੋ, ਸਿਲੰਡਰ ਚੀਜ਼ਾਂ ਦੇਖ ਰਹੇ ਨੇ ਲੋਕ। ਹੁਣ ਆਖਰੀ ਸਵਾਲ, ਕਿਉਂਕਿ ਸਮਾਂ ਵੀ ਉਹ ਸਾਡੇ ਕੋਲ ਥੋੜਾ ਘੱਟ ਰਹਿ ਗਿਆ ਹੈਗਾ, ਆਪਾਂ ਤਫਸੀਲ ਨਾਲ ਗੱਲਬਾਤ ਕਰਾਂਗੇ, ਮਸਲਾ ਗੰਭੀਰ ਹੈ। ਇਸ ਲਈ 7 ਮਹੀਨੇ ਹੋ ਗਏ ਦਿੱਲੀ ਵੱਲ ਨੂੰ ਜਾ ਰਹੇ ਸੀ, ਇੱਥੇ ਰੋਕ ਕੇ ਚੱਲੇ ਹੋ, ਕਿਵੇਂ ਵੇਖਦੇ ਹੋ ਸੰਘਰਸ਼ ਹੋਰ ਕਿੰਨਾ ਕੁ ਲੰਬਾ ਚੱਲੇ? ਕੀ ਲੱਗਦਾ ਸਰਕਾਰ ਝੁਕੇਗੀ? ਦੇਖੋ ਜੀ, ਸਰਕਾਰ ਲੰਬਾ ਜਿੰਨਾ ਮਰਜ਼ੀ ਚੱਲੇ, ਸਰਕਾਰ ਤਾਂ ਝੁਕਾ ਕੇ ਛੱਡਾਂਗੇ। ਦੇਖੋ ਝੁਕਦੀ ਹੁੰਦੀ ਸਰਕਾਰ, ਝੁਕਦੀ ਨਹੀਂ ਹੁੰਦੀ, ਝੁਕਾਉਣੀ ਪੈਂਦੀ ਹੈ। ਜਦ ਅਸੀਂ ਸਾਰੇ ਹੀ ਸਰਕਾਰ ਨੂੰ ਝੁਕਾਉਣ ਲਈ ਤਿਆਰ ਹਾਂ। ਸਰਕਾਰ ਕੀ ਚੀਜ਼ ਹੈ? ਉਹ ਸਾਡੀਆਂ ਵੋਟਾਂ ਨਾਲ ਬਣੀ ਹੈ। ਵੋਟਾਂ ਕੱਲ ਨੂੰ ਇੱਕ ਤਾਂ ਵੋਟਾਂ ਪੈਣ ਵਾਲੀਆਂ ਨੇ, ਉਹ ਚਨੋਂ ਖਿੱਚ ਦੇਣੀ ਇਹਦੀ ਕੁਰਸੀ, ਨਹੀਂ ਤਾਂ ਅਸੀਂ ਅੰਦੋਲਨ ਕਰ ਰਹੇ ਹਾਂ, ਅਸੀਂ ਅੰਦੋਲਨ ਕਰ ਰਹੀ ਹਾਂ। ਔਰ ਸਾਡਾ ਇੱਕ ਜਮਹੂਰੀਅਤ ਸੰਵਿਧਾਨਕ ਹੱਕ ਬਣਦਾ ਆ ਕਿ ਜਿਹੜਾ ਕੋਈ ਸਾਡੀ ਲੋਕ ਭਲਾਈ ਲਈ ਕੰਮ ਨਹੀਂ ਕਰਦੀ ਸਰਕਾਰ ਤੇ ਸਾਡੇ ਤੇ ਇਲਜ਼ਾਮ ਲਾਉਂਦੀ ਹੈ, ਅਸੀਂ ਉਹਨੂੰ ਆਪਦਾ ਰਾਜਾ ਕਿੱਦਾਂ ਮੰਨ ਸਕਦੇ ਹਾਂ? ਅਸੀਂ ਉਹਨੂੰ ਪ੍ਰਧਾਨ ਮੰਤਰੀ ਕਿਵੇਂ ਮੰਨ ਸਕਦੇ ਹਾਂ? ਉਹਨੂੰ ਆਪਦੇ ਵਿਸਟਾ ਦੀ ਪਈ ਹੋਈ ਹੈ, ਉਹਨੂੰ ਆਪਦੇ ਰਾਮ ਮੰਦਿਰ ਦੀ ਰਾਜਨੀਤੀ ਦੀ ਪਈ ਹੋਈ ਹੈ। ਲੋਕ ਭੁੱਖੇ ਮਰ ਰਹੇ, ਲੋਕ ਭੁੱਖੇ ਮਰ ਰਹੇ, ਬਿਲਕੁਲ। ਸੋ ਸਿੱਧਾ ਤੌਰ ਤੇ ਕਹਿਤਾ ਵੀ ਸਰਕਾਰ ਝੁਕਦੀ ਨਹੀਂ ਹੁੰਦੀ, ਸਰਕਾਰ ਤਾਂ ਝੁਕਾ ਕੇ ਹਟਾਂਗੇ। ਬੇਸ਼ੱਕ 7 ਮਹੀਨੇ ਹੋ ਗਏ, ਜਿੰਨਾ ਵੀ ਲੰਮਾ ਸੰਘਰਸ਼ ਚੱਲਦਾ ਹੈ ਇਹ ਐਂ ਹੀ ਜਾਰੀ ਰੱਖਣਗੇ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।